ਜੇ ਤੁਸੀਂ ਪੰਜਾਬ ਵਿੱਚ ਨਵਾਂ ਸਮਾਰਟ ਰਾਸ਼ਨ ਕਾਰਡ ਬਣਾਉਣ ਦੀ ਸੋਚ ਰਹੇ ਹੋ ਜਾਂ ਪੁਰਾਣੇ ਕਾਰਡ ਵਿੱਚ ਕੋਈ ਮੈਂਬਰ ਜੋੜਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਪੰਜਾਬ ਗਵਰਨਮੈਂਟ ਨੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਅਧੀਨ ਨਵੇਂ ਰਾਸ਼ਨ ਕਾਰਡ ਬਣਾਉਣ ਲਈ ਆਨਲਾਈਨ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰ ਸਭ ਤੋਂ ਵੱਡੀ ਗੱਲ ਹੈ ਕਿ ਜੇ ਤੁਹਾਡੇ ਕੋਲ ਸਹੀ ਡਾਕੂਮੈਂਟਸ ਨਹੀਂ ਹਨ ਤਾਂ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਸਕਦੀ ਹੈ ਅਤੇ ਤੁਹਾਨੂੰ ਦੁਬਾਰਾ ਪੂਰਾ ਪ੍ਰੋਸੈਸ ਲੰਘਣਾ ਪਵੇਗਾ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਦੱਸਾਂਗੇ ਕਿ ਕਿਹੜੇ ਡਾਕੂਮੈਂਟਸ ਚਾਹੀਦੇ ਹਨ, ਕਿਹੜੇ ਸਾਰਿਆਂ ਲਈ ਜ਼ਰੂਰੀ ਹਨ ਤੇ ਕਿਹੜੇ ਸਿਰਫ ਖਾਸ ਹਾਲਾਤ ਵਿੱਚ ਹੀ ਲੱਗਣਗੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੋਨੀਆ ਤੇ ਤੁਸੀਂ ਦੇਖ ਰਹੇ ਹੋ ਬੈਠਕ ਪੰਜਾਬ। ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਫਾਰਮ ਪੰਜਾਬ ਦੀ ਡਿਪਾਰਟਮੈਂਟ ਆਫ ਫੂਡ, ਸਿਵਲ ਸਪਲਾਈਜ਼ ਐਂਡ ਕੰਜ਼ਿਊਮਰ ਅਫੇਅਰਸ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਲਿਆ ਜਾ ਰਿਹਾ ਹੈ। ਇਹ ਸਕੀਮ ਦੋਵੇਂ ਤਰ੍ਹਾਂ ਦੇ ਲੋਕਾਂ ਲਈ ਹੈ, ਜਿਨ੍ਹਾਂ ਦਾ ਕੋਈ ਰਾਸ਼ਨ ਕਾਰਡ ਨਹੀਂ ਹੈ ਅਤੇ ਜਿਨ੍ਹਾਂ ਨੂੰ ਆਪਣੇ ਮੌਜੂਦਾ ਕਾਰਡ ਵਿੱਚ ਪਰਿਵਾਰ ਦਾ ਕੋਈ ਨਵਾਂ ਮੈਂਬਰ ਜੋੜਨਾ ਹੈ, ਜਿਵੇਂ ਕਿ ਨਵਾਂ ਵਿਆਹ ਹੋਣ ਤੋਂ ਬਾਅਦ ਪਤਨੀ ਦਾ ਨਾਮ ਜੋੜਨਾ ਹੋਵੇ ਜਾਂ ਨਵੇਂ ਬੱਚੇ ਦਾ ਨਾਮ ਜੋੜਨਾ ਹੋਵੇ। ਦੋਵੇਂ ਕੈਟਾਗਰੀ ਦੇ ਲੋਕਾਂ ਲਈ ਡਾਕੂਮੈਂਟਸ ਲਗਭਗ ਇੱਕੋ ਜਿਹੇ ਹੀ ਹਨ, ਬਸ ਕੁਝ ਖਾਸ ਹਾਲਾਤ ਵਿੱਚ ਵਾਧੂ ਸਰਟੀਫਿਕੇਟ ਚਾਹੀਦੇ ਹੋ ਸਕਦੇ ਹਨ। ਹੁਣ ਗੱਲ ਕਰਦੇ ਹਾਂ ਇੱਕ ਡਾਕੂਮੈਂਟ ਬਾਰੇ ਵਿਸਥਾਰ ਨਾਲ। ਪਹਿਲਾ ਹੈ ਆਧਾਰ ਕਾਰਡ। ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਸਿਰਫ ਬਿਨੈਕਾਰ ਦਾ ਹੀ ਨਹੀਂ, ਸਗੋਂ ਐਪਲੀਕੇਸ਼ਨ ਵਿੱਚ ਦਰਜ ਹੋਣ ਵਾਲੇ ਪਰਿਵਾਰ ਦੇ ਹਰ ਮੈਂਬਰ ਦਾ ਆਧਾਰ ਕਾਰਡ ਚਾਹੀਦਾ ਹੈ। ਕਈ ਲੋਕ ਸਿਰਫ ਆਪਣਾ ਆਧਾਰ ਲੈ ਕੇ ਜਾਂਦੇ ਹਨ ਅਤੇ ਬਾਕੀ ਫੈਮਿਲੀ ਮੈਂਬਰਸ ਦਾ ਭੁੱਲ ਜਾਂਦੇ ਹਨ, ਜਿਸ ਕਾਰਨ ਫਾਰਮ ਅਧੂਰਾ ਰਹਿ ਜਾਂਦਾ ਹੈ ਅਤੇ ਵੈਰੀਫਿਕੇਸ਼ਨ ਵਿੱਚ ਦੇਰੀ ਹੁੰਦੀ ਹੈ। ਇਸ ਲਈ ਅਪਲਾਈ ਕਰਨ ਤੋਂ ਪਹਿਲਾਂ ਸਾਰੇ ਮੈਂਬਰਸ ਦੇ ਆਧਾਰ ਕਾਰਡ ਦੀਆਂ ਫੋਟੋ ਕਾਪੀਜ਼ ਇੱਕ ਥਾਂ ਤੇ ਇਕੱਠੀਆਂ ਕਰ ਲਵੋ। ਦੂਜਾ ਹੈ ਬਿਜਲੀ ਦਾ ਬਿੱਲ। ਇਹ ਤੁਹਾਡੇ ਰੈਜ਼ੀਡੈਂਸ ਪ੍ਰੂਫ ਦੇ ਤੌਰ ਤੇ ਵਰਤਿਆ ਜਾਂਦਾ ਹੈ ਤਾਂ ਜੋ ਡਿਪਾਰਟਮੈਂਟ ਇਹ ਕਨਫਰਮ ਕਰ ਸਕੇ ਕਿ ਤੁਸੀਂ ਸੱਚਮੁੱਚ ਉਸੇ ਪਤੇ ਤੇ ਰਹਿੰਦੇ ਹੋ ਜਿੱਥੋਂ ਰਾਸ਼ਨ ਕਾਰਡ ਲਈ ਅਪਲਾਈ ਕਰ ਰਹੇ ਹੋ। ਇੱਥੇ ਇੱਕ ਗੱਲ ਧਿਆਨ ਰੱਖੋ, ਜੇ ਤੁਹਾਡੇ ਘਰ ਦਾ ਬਿਜਲੀ ਮੀਟਰ ਕਿਸੇ ਹੋਰ ਦੇ ਨਾਂ ਤੇ ਹੈ, ਜਿਵੇਂ ਕਿ ਮਕਾਨ ਮਾਲਕ ਦੇ ਨਾਂ ਤੇ, ਤਾਂ ਇਸ ਬਾਰੇ ਆਪਣੇ ਨੇੜਲੇ ਸੇਵਾ ਕੇਂਦਰ ਤੋਂ ਪਹਿਲਾਂ ਪਤਾ ਕਰ ਲਓ ਕਿ ਉਹ ਬਿੱਲ ਐਕਸੈਪਟ ਹੋਵੇਗਾ ਜਾਂ ਕੋਈ ਹੋਰ ਪ੍ਰੂਫ ਦੇਣਾ ਪਵੇਗਾ। ਤੀਜਾ ਡਾਕੂਮੈਂਟ ਹੈ ਅਰਜ਼ੀ ਵਿੱਚ ਦਰਜ ਸਾਰੇ ਪਰਿਵਾਰਕ ਮੈਂਬਰਾਂ ਦੀਆਂ ਪਾਸਪੋਰਟ ਸਾਈਜ਼ ਫੋਟੋਆਂ। ਯਾਦ ਰੱਖੋ, ਇਹ ਇੰਡੀਵਿਜੂਅਲ ਫੋਟੋਜ਼ ਵੱਖਰੀਆਂ ਚਾਹੀਦੀਆਂ ਹਨ, ਹਰ ਮੈਂਬਰ ਦੀ ਵੱਖ-ਵੱਖ, ਭਾਵੇਂ ਉਹ ਬੱਚਾ ਹੋਵੇ ਜਾਂ ਬਜ਼ੁਰਗ। ਕਈ ਵਾਰ ਲੋਕ ਪੁਰਾਣੀਆਂ ਅਤੇ ਧੁੰਦਲੀਆਂ ਫੋਟੋਆਂ ਲੈ ਕੇ ਆ ਜਾਂਦੇ ਨੇ ਜੋ ਅਫਸਰ ਵੱਲੋਂ ਰਿਜੈਕਟ ਕਰ ਦਿੱਤੀਆਂ ਜਾਂਦੀਆਂ ਹਨ। ਇਸ ਲਈ ਨਵੀਆਂ ਅਤੇ ਸਾਫ਼ ਫੋਟੋਆਂ ਹੀ ਲੈ ਕੇ ਜਾਓ। ਚੌਥਾ ਹੈ ਪਰਿਵਾਰ ਦੀ ਸਮੂਹਿਕ ਪਾਸਪੋਰਟ ਸਾਈਜ਼ ਫੋਟੋ, ਯਾਨੀ ਇੱਕ ਗਰੁੱਪ ਫੋਟੋ ਜਿਸ ਵਿੱਚ ਪੂਰਾ ਪਰਿਵਾਰ ਇਕੱਠਾ ਹੋਵੇ। ਇਹ ਇੰਡੀਵਿਜੂਅਲ ਫੋਟੋਜ਼ ਤੋਂ ਵੱਖਰੀ ਲੋੜ ਹੈ, ਇਸ ਲਈ ਦੋਵੇਂ ਤਿਆਰ ਰੱਖੋ। ਬਹੁਤ ਸਾਰੇ ਲੋਕ ਇਹ ਸਮਝ ਲੈਂਦੇ ਹਨ ਕਿ ਇੰਡੀਵਿਜੂਅਲ ਫੋਟੋਜ਼ ਹੀ ਕਾਫੀ ਹਨ, ਪਰ ਗਰੁੱਪ ਫੋਟੋਜ਼ ਵੱਖਰੇ ਤੌਰ ਤੇ ਮੰਗੀ ਜਾਂਦੀ ਹੈ ਅਤੇ ਇਹ ਪਰਿਵਾਰ ਦੀ ਕੰਪੋਜੀਸ਼ਨ ਵੈਰੀਫਾਈ ਕਰਨ ਲਈ ਵਰਤੀ ਜਾਂਦੀ ਹੈ। ਪੰਜਵਾਂ ਹੈ LPG ਗੈਸ ਬੁਕਲੇਟ ਦੀ ਕਾਪੀ, ਪਰ ਇਹ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਦੇ ਘਰ LPG ਕਨੈਕਸ਼ਨ ਹੈ। ਜੇ ਤੁਹਾਡੇ ਘਰ ਕਨੈਕਸ਼ਨ ਨਹੀਂ ਹੈ ਤਾਂ ਇਹ ਡਾਕੂਮੈਂਟ ਲਾਗੂ ਨਹੀਂ ਹੁੰਦਾ ਅਤੇ ਤੁਸੀਂ ਇਸ ਨੂੰ ਛੱਡ ਸਕਦੇ ਹੋ। ਇਹ ਇਸ ਲਈ ਮੰਗੀ ਜਾਂਦੀ ਹੈ ਕਿਉਂਕਿ ਰਾਸ਼ਨ ਅਤੇ LPG ਸਬਸਿਡੀ ਦੋਵੇਂ ਇੱਕੋ ਡੇਟਾਬੇਸ ਨਾਲ ਕ੍ਰਾਸ ਚੈੱਕ ਹੁੰਦੇ ਹਨ ਤਾਂ ਜੋ ਡੁਪਲੀਕੇਟ ਜਾਂ ਗਲਤ ਬੈਨੀਫਿਟ ਨਾ ਮਿਲੇ। ਹੁਣ ਗੱਲ ਕਰਦੇ ਹਾਂ ਉਹਨਾਂ ਡਾਕੂਮੈਂਟਸ ਦੀ ਜੋ ਸਾਰਿਆਂ ਲਈ ਨਹੀਂ, ਸਗੋਂ ਖਾਸ ਹਾਲਾਤ ਵਿੱਚ ਹੀ ਚਾਹੀਦੇ ਹਨ। ਜੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਬਿਮਾਰੀ ਜਾਂ ਅਪੰਗਤਾ ਹੈ ਤਾਂ ਕਿਸੇ ਗਵਰਨਮੈਂਟ ਇੰਸਟੀਟਿਊਸ਼ਨ ਜਾਂ ਪ੍ਰੈਕਟੀਸ਼ਨਰ ਵੱਲੋਂ ਜਾਰੀ ਬਿਮਾਰੀ ਅਪੰਗਤਾ ਦਾ ਸਰਟੀਫਿਕੇਟ ਦੇਣਾ ਪਵੇਗਾ। ਇੱਥੇ ਧਿਆਨ ਰੱਖੋ ਕਿ ਇਹ ਸਰਟੀਫਿਕੇਟ ਪ੍ਰਾਈਵੇਟ ਡਾਕਟਰ ਦਾ ਨਹੀਂ ਚੱਲੇਗਾ, ਕਿਸੇ ਗਵਰਨਮੈਂਟ ਹਸਪੀਟਲ ਜਾਂ ਆਥੋਰਾਈਜ਼ਡ ਪ੍ਰੈਕਟੀਸ਼ਨਰ ਤੋਂ ਹੀ ਬਣਾਉਣਾ ਪਵੇਗਾ। ਇਸੇ ਤਰ੍ਹਾਂ ਜੇ ਪਰਿਵਾਰ ਦਾ ਮੁਖੀ ਵਿਧਵਾ ਹੈ ਜਾਂ ਪਰਿਵਾਰ ਵਿੱਚ 21 ਸਾਲ ਤੋਂ ਘੱਟ ਉਮਰ ਦਾ ਕੋਈ ਅਨਾਥ ਬੱਚਾ ਹੈ ਤਾਂ ਮੌਤ ਦਾ ਸਰਟੀਫਿਕੇਟ ਵੀ ਸਬਮਿਟ ਕਰਨਾ ਪਵੇਗਾ। ਇਹ ਡਾਕੂਮੈਂਟਸ ਇਸ ਲਈ ਮੰਗੇ ਜਾਂਦੇ ਹਨ ਤਾਂ ਜੋ ਡਿਪਾਰਟਮੈਂਟ ਪਰਿਵਾਰ ਦੀ ਅਸਲ ਸਥਿਤੀ ਸਮਝ ਸਕੇ, ਖਾਸ ਕਰਕੇ ਜਦੋਂ ਪ੍ਰਾਇੋਰਿਟੀ ਹਾਊਸਹੋਲਡ ਜਾਂ ਕਿਸੇ ਵਲਨਰੇਬਲ ਕੈਟਾਗਰੀ ਵਿੱਚ ਐਪਲੀਕੇਸ਼ਨ ਦੇਖੀ ਜਾ ਰਹੀ ਹੋਵੇ। ਅਤੇ ਆਖਰੀ ਡਾਕੂਮੈਂਟ ਹੈ ਫਰਦ, ਯਾਨੀ ਲੈਂਡ ਰਿਕਾਰਡ। ਇਹ ਸਿਰਫ ਉਹਨਾਂ ਪਰਿਵਾਰਾਂ ਲਈ ਲਾਗੂ ਹੁੰਦਾ ਹੈ ਜਿਨ੍ਹਾਂ ਕੋਲ ਖੇਤੀਬਾੜੀ ਵਾਲੀ ਜ਼ਮੀਨ ਹੈ।
ਫਰਦ ਨਾਲ ਡਿਪਾਰਟਮੈਂਟ ਨੂੰ ਪਰਿਵਾਰ ਦੀ ਲੈਂਡ ਹੋਲਡਿੰਗ ਬਾਰੇ ਸਹੀ ਜਾਣਕਾਰੀ ਮਿਲਦੀ ਹੈ, ਜੋ ਕਿ ਰਾਸ਼ਨ ਕਾਰਡ ਦੀ ਕੈਟਾਗਰੀ ਤੈਅ ਕਰਨ ਵਿੱਚ ਮਦਦ ਕਰਦੀ ਹੈ। ਇਸ ਲਈ ਜੇ ਤੁਹਾਡੇ ਕੋਲ ਜ਼ਮੀਨ ਹੈ ਤਾਂ ਪਟਵਾਰੀ ਤੋਂ ਅਪਡੇਟਡ ਫਰਦ ਪਹਿਲਾਂ ਤੋਂ ਹੀ ਕਢਵਾ ਕੇ ਰੱਖੋ ਤਾਂ ਜੋ ਐਪਲੀਕੇਸ਼ਨ ਵਿੱਚ ਦੇਰੀ ਨਾ ਹੋਵੇ। ਹੁਣ ਥੋੜੀ ਗੱਲ ਸਮਝ ਲਿਓ ਕਿ ਇਹ ਡਾਕੂਮੈਂਟਸ ਆਖਿਰ ਕਰਦੇ ਕੀ ਹਨ। ਦਰਅਸਲ ਰਾਸ਼ਨ ਕਾਰਡ ਦੀਆਂ ਵੱਖ-ਵੱਖ ਕੈਟਾਗਰੀਆਂ ਹੁੰਦੀਆਂ ਹਨ, ਜਿਵੇਂ ਪ੍ਰਾਇਓਰਿਟੀ ਹਾਊਸਹੋਲਡ ਅਤੇ ਅੰਤਯੋਦਿਆ ਅੰਨ ਯੋਜਨਾ। ਇਹ ਤੈਅ ਕਰਨ ਵਿੱਚ ਪਰਿਵਾਰ ਦੀ ਇਨਕਮ, ਐਸੈਟਸ ਐਂਡ ਫੈਮਿਲੀ ਸਿਚੁਏਸ਼ਨ ਅਹਿਮ ਭੂਮਿਕਾ ਨਿਭਾਉਂਦੇ ਹਨ। ਜਿਸ ਘਰ ਵਿੱਚ ਕੋਈ ਵਿਧਵਾ, ਅਨਾਥ ਬੱਚਾ ਜਾਂ ਦਿਵਿਆਂਗ ਮੈਂਬਰ ਹੈ, ਉਸ ਪਰਿਵਾਰ ਨੂੰ ਵਧੇਰੇ ਪ੍ਰਾਇੋਰਟੀ ਮਿਲ ਸਕਦੀ ਹੈ, ਜਦਕਿ ਖੇਤੀਬਾੜੀ ਵਾਲੀ ਜ਼ਮੀਨ ਵਾਲੇ ਪਰਿਵਾਰਾਂ ਦੀ ਕੈਟਾਗਰੀ ਵੱਖਰੇ ਤਰੀਕੇ ਨਾਲ ਤੈਅ ਹੁੰਦੀ ਹੈ। ਇਸੇ ਲਈ ਹਰ ਡਾਕੂਮੈਂਟ ਦਾ ਆਪਣਾ ਇੱਕ ਸਪੈਸੀਫਿਕ ਪਰਪਸ ਹੈ, ਸਿਰਫ ਫਾਰਮੈਲਿਟੀ ਲਈ ਨਹੀਂ ਮੰਗਿਆ ਜਾਂਦਾ। ਹੁਣ ਇੱਕ ਜ਼ਰੂਰੀ ਗੱਲ ਸਮਝ ਲਓ, ਇਹਨਾਂ ਵਿੱਚੋਂ ਕੋਈ ਵੀ ਡਾਕੂਮੈਂਟ ਗਲਤ ਜਾਂ ਅਧੂਰਾ ਹੋਣ ਤੇ ਐਪਲੀਕੇਸ਼ਨ ਰਿਜੈਕਟ ਹੋ ਸਕਦੀ ਹੈ। ਜ਼ਿਆਦਾਤਰ ਰਿਜੈਕਸ਼ਨਸ ਦੋ ਕਾਰਨ ਕਰਕੇ ਹੁੰਦੀ ਹੈ, ਤਾਂ ਜੋ ਕਿਸੇ ਫੈਮਿਲੀ ਮੈਂਬਰ ਦਾ ਡਾਕੂਮੈਂਟ ਛੁੱਟ ਜਾਂਦਾ ਹੈ ਜਾਂ ਫੋਟੋਜ਼ ਗਲਤ ਸਾਈਜ਼ ਦੀਆਂ ਹੁੰਦੀਆਂ ਹਨ। ਇਸ ਲਈ ਫਾਰਮ ਭਰਨ ਤੋਂ ਪਹਿਲਾਂ ਸਾਰੇ ਡਾਕੂਮੈਂਟਸ ਦੀ ਇੱਕ ਚੈੱਕਲਿਸਟ ਬਣਾ ਲਿਓ ਅਤੇ ਹਰ ਮੈਂਬਰ ਦੇ ਵੱਖਰੇ ਡਾਕੂਮੈਂਟਸ ਪਹਿਲਾਂ ਹੀ ਤਿਆਰ ਰੱਖੋ। ਨਾਲੇ ਹਰ ਡਾਕੂਮੈਂਟ ਦੀਆਂ ਦੋ ਫੋਟੋ ਕਾਪੀਜ਼ ਵੀ ਨਾਲ ਲੈ ਕੇ ਜਾਓ ਤਾਂ ਜੋ ਆਫਿਸ ਵਿੱਚ ਦੁਬਾਰਾ ਲਾਈਨ ਵਿੱਚ ਨਾ ਲੱਗਣਾ ਪਵੇ। ਇੱਕ ਹੋਰ ਸਵਾਲ ਜੋ ਲੋਕਾਂ ਦੇ ਮਨ ਵਿੱਚ ਅਕਸਰ ਆਉਂਦਾ ਹੈ, ਉਹ ਇਹ ਹੈ ਕਿ ਜੇ ਕਿਸੇ ਦਾ ਕੋਈ ਵੀ ਖਾਸ ਹਾਲਾਤ ਵਿੱਚ ਡਾਕੂਮੈਂਟ ਲਾਗੂ ਨਹੀਂ ਹੁੰਦਾ, ਜਿਵੇਂ ਕਿ ਪਰਿਵਾਰ ਵਿੱਚ ਨਾ ਕੋਈ ਵਿਧਵਾ ਹੈ, ਨਾ ਦਿਵਿਆਂਗ ਹੈ, ਨਾ ਜ਼ਮੀਨ ਹੈ, ਤਾਂ ਕੀ ਫਿਰ ਵੀ ਅਪਲਾਈ ਕੀਤਾ ਜਾ ਸਕਦਾ ਹੈ? ਜਵਾਬ ਹੈ ਹਾਂ, ਬਿਲਕੁਲ। ਇਹ ਡਾਕੂਮੈਂਟ ਸਿਰਫ ਲਾਗੂ ਹੋਣ ਤੇ ਹੀ ਮੰਗੇ ਜਾਂਦੇ ਹਨ। ਬਾਕੀ 5 ਡਾਕੂਮੈਂਟਸ ਆਧਾਰ, ਬਿਜਲੀ ਬਿੱਲ, ਇੰਡੀਵਿਜੂਅਲ ਫੋਟੋਜ਼, ਗਰੁੱਪ ਫੋਟੋ ਅਤੇ LPG ਜੇ ਲਾਗੂ ਹੋਵੇ, ਇਹੀ ਜ਼ਿਆਦਾਤਰ ਪਰਿਵਾਰਾਂ ਲਈ ਕਾਫੀ ਹਨ। ਫਾਰਮ ਤੁਸੀਂ ਇਸ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ, FOODSUBB.gov.in। ਮੈਂ ਇਹ ਵੈਬਸਾਈਟ ਦਾ ਨਾਮ ਦੁਬਾਰਾ ਦੁਹਰਾਉਂਦੀ ਹਾਂ, FOODSUBB.gov.in, ਜਾਂ ਆਪਣੇ ਨੇੜੇਲੇ ਸੇਵਾ ਕੇਂਦਰ ਜਾਂ ਕਾਮਨ ਸਰਵਿਸ ਸੈਂਟਰ ਤੋਂ ਵੀ ਲਿਆ ਜਾ ਸਕਦਾ ਹੈ। ਇਸ ਤੋਂ ਭਰ ਕੇ ਤੁਸੀਂ ਆਪਣੇ ਜ਼ਿਲ੍ਹੇ ਦੇ ਫੂਡ, ਸਿਵਲ ਸਪਲਾਈਜ਼ ਐਂਡ ਕਸਟਮਰ ਅਫੇਅਰ ਦੇ ਆਫਿਸ ਵਿੱਚ ਜਮ੍ਹਾਂ ਕਰਵਾ ਸਕਦੇ ਹੋ। ਨਾਲ 100 ਰੁਪਏ ਦੀ ਫਾਰਮ ਫੀਸ ਵੀ ਦੇਣੀ ਪਵੇਗੀ। ਫਾਰਮ ਸਕਸੈਸਫੁਲੀ ਸਬਮਿਟ ਹੋਣ ਤੇ ਤੁਹਾਨੂੰ ਤੁਹਾਡੇ ਮੋਬਾਈਲ ਨੰਬਰ ਤੇ ਇੱਕ ਰਿਸਿਪਟ ਨੰਬਰ ਵਾਲਾ ਮੈਸੇਜ ਵੀ ਆਵੇਗਾ, ਜਿਸ ਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੈ, ਕਿਉਂਕਿ ਭਵਿੱਖ ਵਿੱਚ ਐਪਲੀਕੇਸ਼ਨ ਦਾ ਸਟੇਟਸ ਚੈੱਕ ਕਰਨ ਲਈ ਇਹ ਨੰਬਰ ਵੀ ਕੰਮ ਆਵੇਗਾ। ਇਸ ਲਈ ਜੇ ਤੁਸੀਂ ਵੀ ਨਵਾਂ ਰਾਸ਼ਨ ਕਾਰਡ ਬਣਾਉਣ ਦੀ ਸੋਚ ਰਹੇ ਹੋ ਤਾਂ ਅੱਜ ਹੀ ਇਹ ਸਾਰੇ ਡਾਕੂਮੈਂਟਸ ਦੀ ਚੈੱਕਲਿਸਟ ਬਣਾ ਲਓ ਅਤੇ ਇੱਕੋ ਵਾਰ ਹੀ ਸਹੀ ਤਰੀਕੇ ਨਾਲ ਅਪਲਾਈ ਕਰੋ ਤਾਂ ਜੋ ਤੁਹਾਨੂੰ ਦੁਬਾਰਾ ਆਫਿਸ ਦੇ ਗੇੜੇ ਨਾ ਕੱਟਣੇ ਪੈਣ। ਤਾਂ ਦੋਸਤੋ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਪੰਜਾਬ ਵਿੱਚ ਨਵਾਂ ਸਮਾਰਟ ਰਾਸ਼ਨ ਕਾਰਡ ਬਣਾਉਣ ਲਈ ਕਿਹੜੇ-ਕਿਹੜੇ ਡਾਕੂਮੈਂਟਸ ਚਾਹੀਦੇ ਨੇ ਅਤੇ ਕਿਹੜੇ ਡਾਕੂਮੈਂਟਸ ਕਿਸ ਹਾਲਾਤ ਵਿੱਚ ਲਾਗੂ ਹੁੰਦੇ ਨੇ। ਜੇ ਤੁਸੀਂ ਇਹ ਚੈੱਕਲਿਸਟ ਪਹਿਲਾਂ ਤੋਂ ਤਿਆਰ ਕਰ ਲਓ ਤਾਂ ਤੁਹਾਡਾ ਆਫਿਸ ਦਾ ਗੇੜਾ ਵੀ ਬਚੇਗਾ ਅਤੇ ਐਪਲੀਕੇਸ਼ਨ ਰਿਜੈਕਟ ਹੋਣ ਦਾ ਖਤਰਾ ਵੀ ਘਟ ਜਾਵੇਗਾ। ਯਾਦ ਰੱਖੋ, ਹਰ ਫੈਮਿਲੀ ਮੈਂਬਰ ਦਾ ਆਧਾਰ, ਸਹੀ ਫੋਟੋਜ਼ ਅਤੇ ਲਾਗੂ ਹੋਣ ਵਾਲੇ ਸਰਟੀਫਿਕੇਟ ਪਹਿਲਾਂ ਤੋਂ ਹੀ ਤਿਆਰ ਰੱਖਣੇ ਹੈ, ਜੋ ਇਸ ਪ੍ਰੋਸੈਸ ਨੂੰ ਸੌਖਾ ਬਣਾ ਦੇਵੇਗਾ। ਜੇ ਤੁਹਾਡੇ ਮਨ ਵਿੱਚ ਇਸ ਨਾਲ ਜੁੜਿਆ ਕੋਈ ਸਵਾਲ ਹੈ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦੇ ਜਵਾਬ ਅਗਲੀ ਵੀਡੀਓ ਵਿੱਚ ਦੇਈਏ। ਜੇ ਤੁਹਾਨੂੰ ਇਹ ਜਾਣਕਾਰੀ ਲਾਭਦਾਇਕ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸ਼ੇਅਰ ਕਰੋ ਅਤੇ ਬੈਠਕ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਤਾਂ ਜੋ ਪੰਜਾਬ ਨਾਲ ਜੁੜੀ ਹਰ ਜ਼ਰੂਰੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲੇ ਮਿਲਦੀ ਰਹੇ। ਮੈਂ ਹਾਂ ਸੋਨੀਆ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ।